ਕੱਲ ਦਾ ਇਹ ਲਿੰਕ ਬਹੁਤ ਸਾਰੇ WhatsApp ਤੇ Facebook ਗਰੁੱਪ ਵਿੱਚ ਸ਼ੇਅਰ ਹੋ ਰਿਹਾ। ਮੈਨੂੰ ਆਪਣੇ ਸਬਸਕ੍ਰਾਈਬਰਸ ਵੀ Instagram ਤੇ DM ਕਰਕੇ ਪੁੱਛ ਰਹੇ ਵੀਰੇ ਇਹ ਲਿੰਕ ਕੀ ਹੈ, ਕੀ ਆਪਣੇ ਲਈ ਨਿਊਜ਼ ਵਧੀਆ ਹੈ। ਹਾਂਜੀ, ਇਸ ਲਿੰਕ ਵਿੱਚ ਆਪਣੇ ਸਟੂਡੈਂਟਸ ਲਈ ਬਹੁਤ ਪੋਜ਼ਿਟਿਵ ਨਿਊਜ਼ ਆ ਤੇ ਆਪਾਂ ਅੱਜ ਇਸੇ ਲਿੰਕ ਬਾਰੇ ਗੱਲ ਕਰਨ ਜਾ ਰਹੇ ਹਾਂ ਐਂਡ ਵੀ ਆਰ ਸਟਾਰਟਿੰਗ ਰਾਈਟ ਨਾਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਜਿਹੜੇ ਨਵੇਂ ਆਏ ਆ ਉਹਨਾਂ ਨੂੰ ਮੈਂ ਦੱਸਦਾ, ਜੇਕਰ ਤੁਸੀਂ ਵੀ ਇੱਕ ਇੰਟਰਨੈਸ਼ਨਲ ਸਟੂਡੈਂਟ ਹੋ ਕੈਨੇਡਾ ਦੇ ਜਿਹੜਾ ਇੰਡੀਆ ਵਿੱਚ ਹੀ ਰਹਿ ਗਿਆ ਡਿਊ ਟੂ ਲੋਕਡਾਊਨ, ਤੇ ਤੁਸੀਂ ਹਰ ਟਾਈਮ ਕੋਈ ਨਾ ਕੋਈ ਨਵੀਂ ਅਪਡੇਟ ਲੱਭਦੇ ਰਹਿੰਦੇ ਹੋ, ਕੋਈ ਨਾ ਕੋਈ ਨਵੀਂ ਸਰਚ ਕਰਦੇ ਰਹਿੰਦੇ ਹੋ, ਤਾਂ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਮੈਂ ਵੀ ਤੁਹਾਡੇ ਵਾਂਗੂ ਇੱਕ ਸਟੂਡੈਂਟ ਹੀ ਹਾਂ ਤੇ ਜਦੋਂ ਵੀ ਮੈਨੂੰ ਕੋਈ ਕੈਨੇਡਾ ਦੇ ਵੀਜ਼ਾ ਰਿਗਾਰਡਿੰਗ ਕੋਈ ਵੀ ਨਵੀਂ ਅਪਡੇਟ ਮਿਲਦੀ ਹੈ ਮੈਂ ਆਪਣੇ YouTube ਚੈਨਲ ਤੇ ਛੇਤੀ ਤੋਂ ਛੇਤੀ ਪੋਸਟ ਕਰ ਦੇਣਾ। ਇਸ ਕਰਕੇ ਤੁਸੀਂ ਕੋਈ ਵੀ ਨਵੀਂ ਨਿਊਜ਼ ਲਈ ਅਪਡੇਟ ਰਹਿਣਾ ਚਾਹੁੰਦੇ ਹੋ ਤਾਂ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਔਨ ਕਰ ਲਿਓ। ਤੇ ਅੱਜ ਦੀ ਵੀਡੀਓ ਇੱਕ CIC ਦੀ ਨਿਊਜ਼ ਤੇ ਹੈ ਜਿਹੜੀ ਰੀਸੈਂਟਲੀ ਵਾਇਰਲ ਹੋਈ ਆ ਸਾਰੇ WhatsApp Facebook Instagram ਤੇ ਮੈਨੂੰ ਬਹੁਤ ਸਾਰੇ ਸਟੂਡੈਂਟਸ ਪੁੱਛ ਰਹੇ ਆ ਇਸ ਲਿੰਕ ਬਾਰੇ। ਇਸੇ ਕਰਕੇ ਮੈਂ ਅੱਜ ਇਹ ਵੀਡੀਓ ਬਣਾ ਰਿਹਾ। ਇਸ ਵੀਡੀਓ ਵਿੱਚ ਮੈਂ ਸਾਰੇ ਲਿੰਕ ਦੀ ਜਿਹੜਾ ਵੀ ਕੁਝ ਲਿਖਿਆ ਉਹਨੂੰ ਮੈਂ ਸਾਰਿਆਂ ਨੂੰ ਐਕਸਪਲੇਨ ਕਰਨਾ ਚਾਹੂੰਗਾ ਇਸ ਵਿੱਚ ਕੀ ਲਿਖਿਆ ਤੇ ਕੀ ਪ੍ਰੋਬੇਬਿਲਿਟੀ ਹੈ ਸਟੂਡੈਂਟਸ ਦੀ ਕੈਨੇਡਾ ਟਰੈਵਲ ਕਰਨ ਵਾਸਤੇ। ਤੇ ਮੈਂ ਤੁਹਾਨੂੰ ਦੱਸਦਾ ਜਿਹੜੀ ਇਹ ਨਿਊਜ਼ ਆ ਇਹ CIC ਨਿਊਜ਼ ਕੰਪਨੀ ਨੂੰ ਇੱਕ ਲੈਟਰ ਮਿਲਿਆ ਸੀ ਤੇ ਉਹਨਾਂ ਨੇ ਇਹੀ ਪਬਲਿਸ਼ ਕੀਤਾ ਤੇ ਇਸ ਲੈਟਰ ਵਿੱਚ ਕੀ ਲਿਖਿਆ ਮੈਂ ਤੁਹਾਨੂੰ ਕੱਲਾ ਪੈਰਾਗ੍ਰਾਫ ਪੜ੍ਹ ਕੇ ਸਾਰਾ ਐਕਸਪਲੇਨ ਕਰੂੰਗਾ ਤਾਂ ਜੋ ਤੁਹਾਨੂੰ ਵਧੀਆ ਸਮਝ ਆ ਸਕੇ। ਸਭ ਤੋਂ ਪਹਿਲਾਂ ਤਾਂ ਹੈਡਿੰਗ ਹੀ ਖੁਸ਼ੀ ਵਾਲੀ ਆ, ਤੁਸੀਂ ਹੈਡਿੰਗ ਪੜ੍ਹੋ, ਤੁਹਾਡੀ ਸਕਰੀਨ ਤੇ ਵੀ ਸ਼ੋ ਹੋ ਰਿਹਾ ਹੋਊਗਾ। Canada may lift international student travel restrictions. CIC News has obtained a letter that suggests that Canadian government is looking at ways to welcome more international students for fall 2020. ਇਹ ਵੀ ਬਹੁਤ ਵਧੀਆ ਨਿਊਜ਼ ਹੈਗੀ ਹੈ। ਜੇ ਸਭ ਤੋਂ ਪਹਿਲਾਂ ਹੈਡਿੰਗ ਆਪਾਂ ਨੂੰ ਵਧੀਆ ਮਿਲ ਗਈ ਕਿ ਜਿਹੜੀ ਕੈਨੇਡਾ ਗਵਰਨਮੈਂਟ ਹੈ ਉਹ ਨਵੇਂ ਤਰੀਕੇ ਲੱਭ ਰਹੀ ਹੈ ਕਿ ਕਿਸ ਤਰ੍ਹਾਂ ਸਤੰਬਰ ਇਨਟੇਕ ਵਿੱਚ ਫਾਲ ਇਨਟੇਕ ਵਿੱਚ ਕਿਵੇਂ ਵੱਧ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੁਲਾਇਆ ਜਾ ਸਕੇ। ਹੁਣ ਇਹ ਅਗਲੇ ਪੈਰੇ ਵਿੱਚ ਲਿਖਿਆ ਦਾ ਅਨਡੇਟਡ ਲੈਟਰ ਇਜ਼ ਸਾਈਨਡ ਬਾਈ ਕੈਨੇਡਾਜ਼ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਡੀਸੀਨੋ ਐਂਡ ਹੈਲਥ ਮਿਨਿਸਟਰ ਪੈਟੀ ਹਾਜਦੂ। ਤੇ ਇਹ ਜਿਹੜੀ ਲੈਟਰ ਹੈ ਇਹ ਜਿਹੜੇ ਆਪਣੇ ਦੋ ਮਿਨਿਸਟਰ ਹੈਗੇ, ਇੱਕ ਇਮੀਗ੍ਰੇਸ਼ਨ ਮਿਨਿਸਟਰ ਇੱਕ ਹੈਲਥ ਮਿਨਿਸਟਰ, ਉਹਨਾਂ ਦੁਆਰਾ ਇਹ ਸਾਈਨ ਕੀਤੀ ਗਈ ਹੈ। ਤੇ ਜਿਹੜੇ ਰਿਸੀਪੈਂਟਸ ਹੈ ਜੋ ਕਿਤੋਂ ਜਿਸ ਨੂੰ ਵੀ ਇਹ ਸੈਂਡ ਕੀਤੀ ਉਸ ਤੋਂ ਰਿਪਲਾਈ ਇਹ 24 ਜੁਲਾਈ ਤੱਕ ਮੰਗਿਆ ਇਹਨਾਂ ਨੇ। ਹਜੇ ਤੱਕ ਤਾਂ ਕੋਈ ਅਫੀਸ਼ੀਅਲ ਰਿਪਲਾਈ ਪੋਸਟ ਨਹੀਂ ਕੀਤਾ CIC ਨਿਊਜ਼ ਤੇ, ਪਰ ਜਦੋਂ ਵੀ ਕੋਈ ਇਸ ਲੈਟਰ ਦਾ ਵੀ ਰਿਪਲਾਈ ਆਇਆ ਮੈਂ ਉਹ ਵੀ ਪੋਸਟ ਕਰ ਦੂੰਗਾ। ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਤੇ ਅੱਗੇ ਵਿੱਚ ਲਿਖਿਆ ਦਾ ਪਰਪਸ, ਹੁਣ ਇਹ ਸਾਰਾ ਦੱਸਿਆ ਵੀ ਇਸ ਲੈਟਰ ਵਿੱਚ ਕੀ ਪਰਪਸ ਸੀ, ਲੈਟਰ ਬਣਾਉਣ ਦਾ ਕੀ ਪਰਪਸ ਸੀਗਾ। The purpose of letter is for the two ministers to engage in a dialogue with the Canada's provincial and territorial governments as well as the designated learning institutions about the ways to safely welcome more international students. ਇਹਦੇ ਵਿੱਚ ਇੱਕ ਡਾਇਲੋਗ ਹੈ ਕਿ ਜਿਹੜੀ ਆਪਣੀ ਫੈਡਰਲ ਕੈਨੇਡਾ ਦੀ ਫੈਡਰਲ ਗਵਰਨਮੈਂਟ ਹੈ ਤੇ ਜਿਹੜੀਆਂ ਸਟੇਟ ਗਵਰਨਮੈਂਟ ਹੈ ਤੇ ਜਿਹੜੇ DLI ਇੰਸਟੀਟਿਊਟ ਹੈ, ਤੁਹਾਨੂੰ ਪਤਾ ਹੀ ਹੋਊਗਾ DLI ਇੰਸਟੀਟਿਊਟ ਕੀ ਹੁੰਦੇ ਆ, ਜਿਹੜੇ ਵੀ ਡੈਜ਼ਿਗਨੇਟਡ ਲਰਨਿੰਗ ਕਾਲਜਸ ਤੇ ਯੂਨੀਵਰਸਿਟੀ ਹੈ ਉਹਨਾਂ ਵਿੱਚ ਕਨਵਰਸੇਸ਼ਨ ਹੋ ਰਹੀ ਹੈ ਕਿ ਕੋਈ ਨਾ ਕੋਈ ਨਵੇਂ ਤਰੀਕੇ ਲੱਭ ਰਿਹਾ ਕਿ ਕਿਸ ਤਰ੍ਹਾਂ ਆਪਾਂ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਵਿੱਚ ਐਂਟਰੀ ਕਰਾ ਸਕਦੇ ਹਾਂ। ਹੁਣ ਨੈਕਸਟ ਪੈਰੇ ਵਿੱਚ ਕੀ ਲਿਖਿਆ ਆਪਾਂ ਪੜ੍ਹਦੇ ਹਾਂ। ਅੰਡਰ ਕੈਨੇਡਾਜ਼ ਕਨਸਟੀਟਿਊਸ਼ਨ ਐਜੂਕੇਸ਼ਨ ਫਾਲ ਅੰਡਰ provincial and territorial jurisdiction. Unlike other countries, Canada does not have federal education department. ਹੋਰ ਕੰਟਰੀਜ਼ ਵਾਂਗੂ ਕੈਨੇਡਾ ਕੋਲੇ ਕੋਈ ਫੈਡਰਲ ਡਿਪਾਰਟਮੈਂਟ ਨਹੀਂ ਹੈਗਾ ਐਜੂਕੇਸ਼ਨ ਵਾਸਤੇ। ਉਹ ਸਿਰਫ ਜਿਹੜੀਆਂ ਅਲੱਗ-ਅਲੱਗ ਪ੍ਰੋਵਿੰਸਿਸ ਹੈ ਤੇ ਜਿਹੜੀਆਂ ਟੈਰੀਟਰੀਜ਼ ਹੈ ਉਹਨਾਂ ਨਾਲ ਰਾਇ ਕਰਕੇ ਹੀ ਕੋਈ ਨਾ ਕੋਈ ਡਿਸੀਜਨ ਬਣਾਉਂਦੀਆਂ। ਇਹ ਸਾਰੇ ਪੈਰਾਗ੍ਰਾਫ ਵਿੱਚ ਇਹੀ ਲਿਖਿਆ ਤੇ ਜਿਹੜਾ ਨੈਕਸਟ ਪੈਰਾਗ੍ਰਾਫ ਉਸ ਵਿੱਚ ਲਿਖਿਆ ਇਨ देयर ਲੈਟਰ ਹਾਊਐਵਰ ਮਿਨਿਸਟਰ ਮੈਡੀਸੀਨੋ ਐਂਡ ਹਾਜਦੂ ਰਾਈਟ ਡੈਟ they recognize how important international students are to Canada's learning environment, society and economy. ਹੁਣ ਇਸ ਜਿਹੜੀ ਲੈਟਰ ਵਿੱਚ ਦੋਵਾਂ ਮਿਨਿਸਟਰ ਨੇ ਲਿਖਿਆ ਉਹਨਾਂ ਨੂੰ ਪਤਾ ਹੈ ਵੀ ਕੈਨੇਡਾ ਦੀ ਜਿਹੜੀ ਇਕਨੋਮੀ ਲਈ ਜਾਂ ਕੈਨੇਡਾ ਦੇ এনवायरमेंट ਲਈ ਇੰਟਰਨੈਸ਼ਨਲ ਸਟੂਡੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ they are looking to strike a balance between respecting the jurisdiction of provinces and territories over education while also maintaining a Canada's special coronavirus measure. ਇਸੇ ਕਰਕੇ ਉਹ ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਰੋਨਾ ਵਾਇਰਸ ਸਪਰੈਡ ਵੀ ਨਾ ਹੋ ਸਕੇ ਤੇ ਇੰਟਰਨੈਸ਼ਨਲ ਸਟੂਡੈਂਟ ਵੀ ਕੈਨੇਡਾ ਟਰੈਵਲ ਕਰ ਸਕੇ। ਇਸ ਕਰਕੇ ਵਧੀਆ ਖਬਰ ਹੈ ਜੇ ਦੋ ਮਿਨਿਸਟਰ ਐਡੇ ਵੱਡੇ ਮਿਨਿਸਟਰ ਇਮੀਗ੍ਰੇਸ਼ਨ ਮਿਨਿਸਟਰ ਤੇ ਕੈਨੇਡਾ ਹੈਲਥ ਮਿਨਿਸਟਰ ਕੋਈ ਕੋਸ਼ਿਸ਼ ਕਰ ਰਹੇ ਇੰਟਰਨੈਸ਼ਨਲ ਸਟੂਡੈਂਟ ਨੂੰ ਐਂਟਰੀ ਕਰਾਉਣ ਦੀ ਤਾਂ ਜ਼ਰੂਰ ਕੁਛ ਨਾ ਕੁਛ ਹੋ ਸਕਦਾ। ਇਸ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਖਬਰ ਚੰਗੀ ਲੱਗੀ ਤਾਂ। ਆਪਾਂ ਅੱਗੇ ਪੜ੍ਹਦੇ ਹਾਂ। ਐਟ ਦਾ ਸੇਮ ਟਾਈਮ ਦ ਮਿਨਿਸਟਰਸ ਐਕਸਪਲੇਨਡ ਦੈਟ ਦ ਟੂ ਲੈਵਲ ਆਫ ਗਵਰਨਮੈਂਟ ਐਂਡ DLIs must collectively commit to and adopt a coordinated, clear and well communicated approach to support a health. ਇਸ ਵਿੱਚ ਲਿਖਿਆ ਕਿ ਜਿਹੜੀ ਕੈਨੇਡਾ ਦੀ ਗਵਰਨਮੈਂਟ ਹੈ ਤੇ ਜਿਹੜੇ DLIs ਹੈਗੇ ਆ ਜਿਹੜੇ ਕਾਲਜਸ ਤੇ ਯੂਨੀਵਰਸਿਟੀ ਗਏ ਉਹਨਾਂ ਨੂੰ ਕਲੈਕਟਿਵਲੀ ਕੁਝ ਕਰਨਾ ਪੈਣਾ ਤਾਂ ਜੋ ਆਪਾਂ ਜਿਹੜਾ ਆਪਣਾ ਇਹ ਮਿਸ਼ਨ ਹੈਗਾ ਸਟੂਡੈਂਟਸ ਨੂੰ ਐਂਟਰੀ ਕਰਾਉਂਦਾ ਇਹ ਆਪਾਂ ਪੋਸੀਬਲ ਕਰ ਸਕੀਏ ਬਿਨਾਂ ਕਿਸੇ ਨੂੰ ਹਾਰਮ ਪਹੁੰਚਾਏ ਬਿਨਾਂ ਕਰੋਨਾ ਵਾਇਰਸ ਸਪਰੈਡ ਕੀਤੇ। ਹੋਰ ਅੱਗੇ ਪੈਰਾਗ੍ਰਾਫ ਵਿੱਚ ਲਿਖਿਆ
To this end, federal government will be issuing public safety guidance on how country can welcome more international students. ਉਹ ਕੁਝ ਰੂਲਸ ਬਣਾਉਣਗੇ, ਕੁਝ ਗਾਈਡੈਂਸ ਬਣਾਉਣਗੇ, ਕੋਈ ਕੁਝ ਨਾ ਕੁਝ ਕਰਨਗੇ ਉਹ ਜਿਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਐਂਟਰੀ ਕਰ ਸਕਣ ਕੈਨੇਡਾ ਵਿੱਚ। ਪਰ ਕੋਈ ਵੀ ਪਬਲਿਕ ਜਿਹੜੀ ਹੈਗੀ ਹੈ ਪ੍ਰੋਬਲਮ ਨਾ ਹੋਵੇ, ਕੋਈ ਵੀ ਕਰੋਨਾ ਵਾਇਰਸ ਸਪਰੈਡ ਨਾ ਹੋਵੇ, ਇਸ ਤੇ ਉਹ ਕੰਮ ਕਰ ਰਹੇ ਆ। ਫੋਰ ਐਗਜ਼ਾਮਪਲ, ਸਟੂਡੈਂਟਸ ਵਿਲ ਰਿਮੇਨ ਰਿਕੁਆਇਰਡ ਬਾਈ ਲਾ ਟੂ ਕੁਆਰੰਟਾਈਨ ਫॉर 14 ਡੇਜ਼। ਜਿਹੜਾ ਪਹਿਲਾਂ ਵਾਲਾ ਲਾਈ ਹੈਗਾ ਵੀ 14 ਦਿਨ ਕੁਆਰੰਟਾਈਨ ਤਾਂ ਘੱਟੋ ਘੱਟ ਕਰਨਾ ਹੀ ਪੈਣਾ। ਇੱਥੇ ਮੈਂ ਇੱਕ ਖਬਰ ਦੇਣੀ ਚਾਹਣਾ, ਮੈਨੂੰ ਕਿਸੇ ਨੇ ਕੱਲ ਇੰਸਟਾਗ੍ਰਾਮ ਤੇ DM ਸੈਂਡ ਕੀਤਾ, ਉਸ ਵਿੱਚ ਲਿਖਿਆ ਸੀ, ਟਵੀਟ ਸੀਗਾ ਕੋਈ, ਜਿਸ ਵਿੱਚ ਲਿਖਿਆ ਸੀ ਕਿ ਕੈਨੇਡਾ ਨੇ ਰਿਸਟ੍ਰਿਕਸ਼ਨਸ ਵਧਾਤੀਆਂ 31 ਅਗਸਤ ਤੱਕ। ਮੈਨੂੰ ਕਿਸੇ ਨੇ ਕਿਹਾ ਬਾਈ ਤੂੰ ਟਵੀਟ ਚੈੱਕ ਕਰ ਲਿਆ ਕਰ, ਇਹਨਾਂ ਨੇ ਰਿਸਟ੍ਰਿਕਸ਼ਨਸ ਵਧਾ ਦਿੱਤੀਆਂ। ਫਿਰ ਮੈਂ ਦੱਸਦਾ, ਰਿਸਟ੍ਰਿਕਸ਼ਨਸ ਐਂਟਰੀ ਤੇ ਨਹੀਂ ਵਧਾਈਆਂ ਗਈਆਂ, ਰਿਸਟ੍ਰਿਕਸ਼ਨਸ ਵਧਾਈਆਂ ਕੁਆਰੰਟਾਈਨ ਤੇ। ਪਹਿਲਾਂ ਸਿਰਫ 31 ਜੁਲਾਈ ਤੱਕ ਆਪਾਂ ਨੂੰ 14 ਦਿਨ ਲਈ ਕੁਆਰੰਟਾਈਨ ਕਰਨਾ ਪੈਂਦਾ ਸੀਗਾ। ਜਿਨ੍ਹਾਂ ਨੇ 31 ਜੁਲਾਈ ਤੋਂ ਪਹਿਲਾਂ ਜਾਣਾ ਸੀ ਉਹਨਾਂ ਨੂੰ ਕਰਨਾ ਪੈਂਦਾ ਸੀਗਾ। ਹੁਣ ਉਹਨਾਂ ਨੇ ਐਂ ਕਿਹਾ ਕਿ 31 ਅਗਸਤ ਤੱਕ ਜਿਹੜਾ ਵੀ ਜਾਊਗਾ ਉਹਨੂੰ 14 ਦਿਨ ਮੈਂਡੇਟਰੀ ਕੁਆਰੰਟਾਈਨ ਕਰਨਾ ਪੈਣਾ। ਇਹਨਾਂ ਨੇ ਐਂ ਨਹੀਂ ਕਿਹਾ ਕਿ ਐਂਟਰੀ ਤੇ ਬੈਨ ਹੈ 31 ਅਗਸਤ ਤੱਕ। ਉਹਨਾਂ ਨੇ ਕਿਹਾ ਵੀ ਜਿਹੜਾ 31 ਅਗਸਤ ਤੱਕ ਕੈਨੇਡਾ ਟਰੈਵਲ ਕਰੂਗਾ ਉਹਨੂੰ ਮੈਂਡੇਟਰੀ ਕੁਆਰੰਟਾਈਨ ਕਰਨਾ ਹੀ ਪੈਣਾ। ਹੁਣ ਨੈਕਸਟ ਪੈਰਾਗ੍ਰਾਫ ਵਿੱਚ ਅੱਗੇ ਲਿਖਿਆ ਹੈਗਾ, the two ministers ask recipients to provide a list of information to them by Friday 24 ਜੁਲਾਈ। ਜਿਨ੍ਹਾਂ ਨੂੰ ਇਹ ਲੈਟਰ ਦੋਵਾਂ ਮਿਨਿਸਟਰ ਨੇ ਸੈਂਡ ਕੀਤੀ ਹੈ, ਉਹਨਾਂ ਨੂੰ ਕਿਹਾ ਕਿ 24 ਜੁਲਾਈ ਤੱਕ ਸਾਨੂੰ ਜਵਾਬ ਚਾਹੀਦਾ। ਪਰ ਅੱਜ 29 ਜੁਲਾਈ ਹੋ ਗਈ ਜਦੋਂ ਮੈਂ ਵੀਡੀਓ ਬਣਾ ਰਿਹਾ, ਹਜੇ ਤੱਕ ਕੋਈ ਵੀ ਅਪਡੇਟ ਨਹੀਂ ਆਈ ਹੈ CAC ਦੀ ਵੈਬਸਾਈਟ ਤੇ। ਪਰ ਜਦੋਂ ਵੀ ਕੋਈ ਅਪਡੇਟ ਆਏਗੀ ਮੈਂ ਜ਼ਰੂਰ ਪੋਸਟ ਕਰ ਦੂੰਗਾ। ਇਸ ਵਿੱਚ ਉਹਨਾਂ ਨੇ ਕਿਹੜੀ ਇਨਫੋਰਮੇਸ਼ਨ ਮੰਗੀ ਹੈ ਕਿ ਸਾਨੂੰ ਕੀ ਦੱਸੋ। ਉਸ ਵਿੱਚ ਜਿਹੜੀ ਲਿਸਟ DLIs ਦੀ ਲਿਸਟ ਹੈ ਵੀ ਕਿਹੜੇ ਕਾਲਜਿਸ ਯੂਨੀਵਰਸਿਟੀਜ਼ ਇਸ ਗੱਲ ਨੂੰ ਮੰਨਦੇ ਆ ਹਾਂਜੀ ਵੀ ਆਪਾਂ ਨੂੰ ਐਂਟਰੀ ਦੇਣੀ ਚਾਹੀਦੀ ਹੈ ਕੈਨੇਡਾ ਵਿੱਚ ਸਟੂਡੈਂਟਸ ਨੂੰ। ਹੋਰ ਇਹਨਾਂ ਨੇ ਮੰਗੀ ਆ ਪ੍ਰੋਟੋਕੋਲਸ, 14 ਡੇ ਕੁਆਰੰਟਾਈਨ ਵੀ ਕੀ ਅਰੇਂਜਮੈਂਟਸ ਆਪਾਂ ਨੂੰ ਕਰਨੇ ਚਾਹੀਦੇ ਆ, ਇਸ ਬਾਰੇ ਇਨਫੋਰਮੇਸ਼ਨ ਮੰਗੀ ਹੈ। ਕਿਵੇਂ ਸੂਟੇਬਲ ਪਲੇਸ ਕੁਆਰੰਟਾਈਨ ਲਈ ਅਰੇਂਜ ਕਰਨਾ ਹੈਗਾ। ਤੇ ਹੋਰ ਲਿਖਿਆ ਕੁਆਰੰਟਾਈਨ ਅਕੋਮੋਡੇਸ਼ਨ ਹੋ ਗਈ, ਇਨਫੋਰਮੇਸ਼ਨ ਔਨ ਫਿਜ਼ੀਕਲ ਮੈਂਟਲ ਹੈਲਥ ਐਂਡ ਸਪੋਰਟਸ ਅਵੇਲੇਬਲ ਟੂ ਇੰਟਰਨੈਸ਼ਨਲ ਸਟੂਡੈਂਟ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਇਨਫੋਰਮੇਸ਼ਨ ਮੰਗੀ ਹੈ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਕਿਵੇਂ ਮੈਨੇਜ ਕਰ ਪਾਵਾਂਗੇ ਜਦੋਂ ਆਪਾਂ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਂਟਰੀ ਦਿੱਤੀ ਹੈ। ਹੁਣ ਜਿਹੜੀ ਮੇਨ ਗੱਲ ਆ ਉਹ ਐਂਡ ਤੇ ਲਿਖੀ ਆ, ਆਪਾਂ ਉਹ ਰੀਡ ਕਰਦੇ ਆ। ਵਟ ਡਸ ਦਿਸ ਲੈਟਰ ਮੀਨ? ਇਸ ਲੈਟਰ ਦਾ ਹੁਣ ਅਸਲ ਵਿੱਚ ਮਤਲਬ ਕੀ ਹੈ? The letter does not necessarily mean that Canada will exempt more international students from its current travel restrictions anytime soon. However, it strongly suggests that Canada will go ahead and introduce new exemptions for international students as long as it is safe to do so. ਹੁਣ ਇਸ ਲੈਟਰ ਦਾ ਮੀਨਿੰਗ ਇਹ ਹੈ ਕਿ ਕੋਈ ਵੀ ਸ਼ੋਰਟੀ ਨਹੀਂ ਹੈਗੀ ਕਿ ਕੈਨੇਡਾ ਸਾਰੇ ਸਟੂਡੈਂਟਸ ਨੂੰ ਐਂਟਰੀ ਦੇਊਗਾ ਹੀ ਦੇਊਗਾ, ਕੋਈ ਵੀ ਇਹ ਪੱਕਾ ਨਹੀਂ ਹੈਗਾਗਾ। ਪਰ ਕੈਨੇਡਾ ਜ਼ਰੂਰ ਕੋਈ ਨਾ ਕੋਈ ਸਟਰੋਂਗ ਸਟੈਪਸ ਚੱਕੂਗਾ, ਕੋਈ ਨਾ ਕੋਈ ਨਵੀਆਂ ਐਗਜ਼ਾਮਸ਼ਨਸ ਸਟੂਡੈਂਟਸ ਲਈ ਲੈ ਕੇ ਆਊਗਾ ਜਿਹਦੇ ਨਾਲ ਸਟੂਡੈਂਟਸ ਦੀ ਟਰੈਵਲ ਥੋੜਾ ਜਿਹਾ ਸੌਖਾ ਹੋ ਸਕੇ, ਸਟੂਡੈਂਟਸ ਦੀ ਐਂਟਰੀ ਥੋੜੀ ਜੀ ਈਜ਼ੀ ਕਰ ਸਕਣ ਉਹ। ਹੋਰ ਅੱਗੇ ਲਿਖਿਆ ਇਹਦੇ ਵਿੱਚ ਵੀ ਉਹ DLIs ਨਾਲ ਤੇ ਟੈਰੀਟਰੀਜ਼ ਤੇ ਪ੍ਰੋਵਿੰਸਿਸ ਨਾਲ ਸਾਰਿਆਂ ਨਾਲ ਸਲਾਹ ਕਰ ਰਹੇ ਆ ਕਿ ਆਪਾਂ ਨੂੰ ਕਿਵੇਂ ਕਰਨਾ ਚਾਹੀਦਾ। ਤੇ ਅੱਗੇ ਲਿਖਿਆ hence we may learn within the coming days whether Canada will go ahead and introduce the exemption for students. ਹੁਣ ਆਪਾਂ ਨੂੰ ਅੱਗੇ ਕੁਝ ਦਿਨਾਂ ਵਿੱਚ ਪਤਾ ਲੱਗ ਜਾਊਗਾ ਕਿ ਕੈਨੇਡਾ ਜਿਹੜੀਆਂ ਨਵੀਆਂ ਐਗਜ਼ੈਂਪਸ਼ਨਸ ਸਟੂਡੈਂਟਸ ਲਈ ਲੈ ਕੇ ਆਉਂਦਾ ਹੈ ਜਾਂ ਨਹੀਂ। Canada has been able to flatten the coronavirus curve since the crisis began in the middle of March. ਕੈਨੇਡਾ ਨੇ ਬਸ ਲਿਖਿਆ ਕਿ ਕਰੋਨਾ ਵਾਇਰਸ ਦੀ ਕਰਵ ਕਰ ਲਈ ਹੈ, ਕੱਟ ਕਰ ਲਈ ਹੈ। ਹੁਣ ਅਗਲੇ ਪੈਰੇ ਵਿੱਚ ਆ ਲਿਖਿਆ ਕਿ $22 ਬਿਲੀਅਨ ਦੀ ਸਟੂਡੈਂਟ ਇਕਨੋਮੀ ਪ੍ਰੋਵਾਈਡ ਕਰਦੇ ਹੈਗੇ। 4.5 ਲੱਖ ਸਟੂਡੈਂਟਾਂ ਨੇ ਕੰਟਰੀਬਿਊਟ ਕਰਦਾ ਹਰੇਕ ਸਾਲ। ਤੇ ਬਸ ਅੱਗੇ ਐਂ ਲਿਖਿਆ। ਹੁਣ ਇਹਨਾਂ ਨੇ ਵਿੱਚ ਲਾਸਟ ਪੈਰੇ ਵਿੱਚ ਐਂ ਲਿਖਿਆ ਕਿ ਜਿਵੇਂ 2 ਸਟੈਪ ਪ੍ਰੋਸੈਸ ਨਾਲ ਕੈਨੇਡਾ ਨੇ ਸਟੂਡੈਂਟਸ ਦੀ ਹੈਲਪ ਕੀਤੀ ਹੈ। ਜਿਵੇਂ ਤੁਹਾਨੂੰ ਪਤਾ ਹੀ ਹੋਊਗਾ ਪ੍ਰਿੰਸੀਪਲ ਇਨ ਅਪਰੂਵਲ ਵੀਜ਼ਾ ਜਿਹੜਾ 2 ਸਟੇਜ ਪ੍ਰੋਸੈਸ ਚਲਾਇਆ ਸੀ, ਉਸ ਵਿੱਚ ਲਿਖਿਆ ਜਿਵੇਂ ਉਹਨਾਂ ਨੇ ਹੈਲਪ ਕੀਤੀ ਹੈ ਸਟੂਡੈਂਟਸ ਦੀ, ਜ਼ਰੂਰ ਹੋਰ ਵੀ ਕੋਈ ਨਾ ਕੋਈ ਨਵੀਆਂ ਐਗਜ਼ੈਂਪਸ਼ਨਸ ਸਟੂਡੈਂਟਸ ਲਈ ਕੈਨੇਡਾ ਲੈ ਕੇ ਆਊਗਾ। ਆਪਾਂ ਨੂੰ ਹੋਰ ਕੁਝ ਦਿਨਾਂ ਵਿੱਚ ਇਹ ਐਗਜ਼ੈਂਪਸ਼ਨਸ ਵੇਖਣ ਨੂੰ ਮਿਲ ਜਾਣਗੀਆਂ। ਇਸ ਕਰਕੇ ਹੋ ਸਕਦਾ ਕਿ ਆਪਾਂ ਨੂੰ 2-3 ਦਿਨਾਂ ਵਿੱਚ ਜਾਂ ਫਿਰ 31 ਜੁਲਾਈ ਤੋਂ ਪਹਿਲਾਂ ਕੋਈ ਬਹੁਤ ਵਧੀਆ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ। ਜੇ ਇਹ CAC ਨਿਊਜ਼ ਦਾ ਲੈਟਰ ਹੈ, ਮਤਲਬ ਕੁਛ ਤਾਂ ਦਮ ਹੋਊਗਾ ਇਹਨਾਂ ਦੀ ਗੱਲ ਵਿੱਚ। ਇਹ ਅਫੀਸ਼ੀਅਲ ਨਿਊਜ਼ ਚੈਨਲ ਹੈ ਕੈਨੇਡਾ ਦਾ, ਇਸ ਕਰਕੇ ਫੇਕ ਖਬਰ ਤਾਂ ਹੋ ਨਹੀਂ ਸਕਦੀ। ਮੈਂ ਵੀ ਆਪਣੇ ਚੈਨਲ ਤੇ ਅਫੀਸ਼ੀਅਲ ਅਪਡੇਟ ਹੀ ਪਾਉਣਾ, ਐਵੇਂ ਦੀ ਕੋਈ ਵੀ ਕਿਸੇ ਵੀ ਚੈਨਲ ਦੀ ਨਿਊਜ਼ ਮੈਂ ਵੀ ਨਹੀਂ ਪਾਉਣਾਗਾ। ਇਸ ਕਰਕੇ ਕੁਛ ਤਾਂ ਗੱਲ ਹੋਊਗੀ ਜਿਹੜੀ ਉਹਨਾਂ ਨੇ ਇਹ ਲੈਟਰ ਇਸ਼ੂ ਕੀਤਾ। ਤੇ 2 ਵੱਡੇ ਮਿਨਿਸਟਰਾਂ ਦਾ ਨਾਂ, ਇਮੀਗ੍ਰੇਸ਼ਨ ਮਿਨਿਸਟਰ ਤੇ ਹੈਲਥ ਮਿਨਿਸਟਰ, ਉਹ ਇਸ ਤਰ੍ਹਾਂ ਕਿਸੇ ਵੀ ਐਰੀ ਗੈਰੀ ਨਿਊਜ਼ ਵਿੱਚ ਨਹੀਂ ਲੈ ਸਕਦੇ। ਇਸ ਕਰਕੇ ਕੋਈ ਤਾਂ ਦਮ ਹੋਊਗਾ ਇਸ ਨਿਊਜ਼ ਵਿੱਚ। ਇਸ ਕਰਕੇ ਬੀ ਪੋਜ਼ਿਟਿਵ, ਸ਼ਾਇਦ ਆਪਾਂ ਟਰੈਵਲ ਕਰ ਹੀ ਸਕੀਏ ਸਤੰਬਰ ਵਿੱਚ। ਬਾਕੀ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ। ਤਾਂ ਤੁਹਾਡਾ ਬਹੁਤ ਸ਼ੁਕਰੀਆ। ਆਪਣੇ 1K ਸਬਸਕ੍ਰਾਈਬਰਸ ਕੰਪਲੀਟ ਹੋ ਚੁੱਕੇ ਆ। ਇਹ ਟਾਰਗੇਟ ਆਪਾਂ ਸਿਰਫ 30
ਡੇਜ਼ ਤੇ 14 ਵੀਡੀਓਜ਼ ਨਾਲ ਕੰਪਲੀਟ ਕਰ ਲਿਆ। ਬਹੁਤ ਜ਼ਿਆਦਾ ਫਾਸਟ ਆਪਣੇ ਸਬਸਕ੍ਰਾਈਬਰਸ ਹੋ ਚੁੱਕੇ ਆ। ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਸਪੋਰਟ ਕਰਦੇ ਰਹੋ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ।